ਵੱਡੇ ਦੀ ਵੱਡੀ ਵਡਿਆਈ, ਇੱਕ ਵਰ ਭੰਡ ਅਖੰਡ ਹੈ, ਲਖ ਦਰਿਆਓ ਨਾ ਕੀਮਤ ਪਾਈ, ਲਖ ਦਰਿਆਓ ਨਾ ਕੀਮਤ ਪਾਈ। ਜੋ ਜੀ ਮੇਰੇ ਗੋਵਿੰਦਾ, ਜੋ ਜੀ ਮੇਰੇ ਪਿਆਰਿਆ, ਜੋ ਜੀ ਮੇਰੇ ਗੋਵਿੰਦਾ, ਜੋ ਜੀ ਮੇਰੇ ਪਿਆਰਿਆ, ਜੋ ਜੀ ਮੇਰੇ ਗੋਵਿੰਦਾ, ਜੋ ਜੀ ਮੇਰੇ ਪਿਆਰਿਆ। ਜੋ ਜੀ ਮੇਰੇ ਗੋਵਿੰਦਾ, ਜੋ ਜੀ ਮੇਰੇ ਪਿਆਰਿਆ। ਹਰ ਪ੍ਰਭ ਮੇਰਾ ਜੋ ਜੀ ਜੀਓ, ਹਰਿ ਪ੍ਰਭ ਮੇਰਾ ਜੋ ਜੀ ਜੀਓ, ਮੇਰਾ 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 ਹਰਿ ਪ੍ਰਭ ਮੇਰਾ ਵਾਵਾ ਜੋ ਜੀ ਜੀਓ, ਹਰ ਪ੍ਰਭ ਮੇਰਾ ਜੋ ਜੀ ਜੀਆ, ਹਰਿ ਪ੍ਰਭ ਮੇਰਾ ਜੋ ਜੀ ਜੀਓ, ਹਰ ਪ੍ਰਭ ਮੇਰਾ ਜੋ ਜੀ ਜੀਓ, ਜੋ ਜੀ ਮੇਰੇ ਗੋਵਿੰਦਾ, ਮੇਰੇ ਪਿਆਰਿਆ, ਜੋ ਜੀ ਮੇਰੇ ਗੋਵਿੰਦਾ, ਜੋ ਜੀ ਮੇਰੇ ਪਿਆਰਿਆ। ਉਹ ਪੰਕਤੀ ਯਾਦ ਆ ਜਾਂਦੀ ਹੈ, ਸਤਿਗੁਰ ਸਭਨਾ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ। ਜੋ ਗੱਲ ਦਾਸ ਯਤਨ ਕਰ ਰਿਹਾ ਆਪ ਜੀ ਤੱਕ ਪਹੁੰਚਾਉਣ ਦੀ, ਕਿ ਸਤਿਗੁਰਾਂ ਦੀਆਂ ਜੰਗਾਂ ਕਿਸੇ ਦੇ ਬੁਰੇ ਲਈ ਨਹੀਂ ਭਲੇ ਲਈ ਨੇ। ਆਖੋ ਸਤਿਨਾਮ ਹੈ। ਸ੍ਰੀ ਵਾਹਿਗੁਰੂ। ਉਹਨਾਂ ਦੀਆਂ ਜੰਗਾਂ ਵੀ ਮਿੱਠੀਆਂ। ਜੇ ਮੇਰੇ ਬਾਬਾ ਜੀ ਦਾ ਹਿੰਦੂਆਂ ਨਾਲ ਵੈਰ ਹੁੰਦਾ ਤੇ ਭਾਈ ਨੰਦ ਲਾਲ ਨੂੰ ਚਰਨਾਂ 'ਚ ਜਗ੍ਹਾ ਨਾ ਦਿੰਦੇ। ਆਖੋ ਸਤਿਨਾਮ ਹੈ। ਸ੍ਰੀ ਵਾਹਿਗੁਰੂ। ਆਹਾ ਹਾ। ਅੱਜ ਧੰਨ ਗੁਰੂ ਰਾਮਦਾਸ ਹਰਮੰਦਰ ਸਾਹਿਬ ਦੇ ਅੰਦਰ ਜਿੱਥੇ ਕੋਈ ਨਾ ਕਥਾ ਕਰ ਸਕਦਾ, ਨਾ ਵਿਚਾਰ ਕਰ ਸਕਦਾ, ਨਾ ਕੋਈ ਬਾਹਰਲੀ ਗੱਲ ਕਰ ਸਕਦਾ, ਕੇਵਲ ਗੁਰਬਾਣੀ ਪੜ੍ਹੀ ਜਾਂਦੀ ਹੈ। ਤੇ ਭਾਈ ਨੰਦ ਲਾਲ ਹਿੰਦੂ, ਉਹਨਾਂ ਦੀ ਬਾਣੀ ਵੀ ਗੁਰੂ ਰਾਮਦਾਸ ਦੇ ਦਰ ਤੇ ਹਰਮੰਦਰ ਸਾਹਿਬ ਪੜ੍ਹਨ ਦੀ ਆਗਿਆ ਹੈ। ਆਖੋ ਸਤਿਨਾਮ ਹੈ। ਕਿਤਨਾ ਮਾਣ ਦਿੱਤਾ ਇੱਕ ਹਿੰਦੂ ਭਾਈ ਨੰਦ ਲਾਲ ਨੂੰ ਕਲਗੀਧਰ ਬਾਬਾ ਜੀ ਨੇ ਆਪਣੇ ਚਰਨਾਂ 'ਚ। ਹੁਣ ਕਹੀਏ ਕਿ
ਸਿੱਖਾਂ ਨੂੰ ਮਾਣ ਦਿੱਤਾ, ਹਿੰਦੂਆਂ ਨੂੰ ਬਾਬਾ ਜੀ ਮੁਸਲਮਾਨਾਂ ਦੇ ਵੈਰੀ ਸੀ। ਤੇ ਸਤਿਗੁਰੂ ਨੇ ਇੱਕ ਮੁਸਲਮਾਨ ਪੀਰ ਬੁੱਧੂ ਸ਼ਾਹ, ਆਖੋ ਸਤਨਾਮ, ਸ੍ਰੀ ਵਾਹਿਗੁਰੂ। ਕਹਿਣ ਲੱਗੇ ਮੰਗ ਕੀ ਮੰਗਦਾ ਹੈ। ਕਿੰਨਾ ਵੇਖੋ ਮਾਣ ਦਿੱਤਾ ਪੀਰ ਬੁੱਧੂ ਸ਼ਾਹ ਜੀ ਨੂੰ। ਵੇਖੋ ਮੁਸਲਮਾਨ ਹੈ, ਸਤਿਗੁਰੂ ਦਾ ਵੈਰ ਨਹੀਂ, ਮੈਂ ਆਪ ਜੀ ਨੂੰ ਗੱਲ ਸਾਂਝੀ ਕਰ ਰਿਹਾ। ਪੀਰ ਬੁੱਧੂ ਸ਼ਾਹ ਜੀ ਦੀ ਅੱਖ ਪਹਿਚਾਣ ਚੁੱਕੀ ਸੀ ਤੇ ਕੀ ਕਹਿੰਦਾ, ਗਰੀਬ ਨਵਾਜ਼ ਜੀ ਅੱਜ ਤੇਰੇ ਮੁਖ ਚੋਂ ਨਿਕਲਿਆ, ਮੰਗ ਕੀ ਮੰਗਣਾ ਤੇ ਆ ਕਿਰਪਾ ਕਰ ਦਿਓ। ਜਦੋਂ ਤੁਸੀਂ ਕੇਸਾਂ 'ਚ ਕੰਘਾ ਕਰਦੇ ਹੋ ਨਾ, ਤੇ ਜਿਹੜੇ ਕੁਝ ਕੇਸ ਕੰਘੇ 'ਚ ਅੜ ਜਾਂਦੇ ਨੇ, ਤੇ ਉਹ ਕੰਘਾ ਕੇਸਾਂ ਸਮੇਤ ਮੇਰੀ ਝੋਲੀ 'ਚ ਪਾ ਦਿਓ। ਆਖੋ ਸਤਨਾਮ, ਸ੍ਰੀ ਵਾਹਿਗੁਰੂ। ਉਹਦੀ ਉਹ ਅੱਖ ਖੁੱਲੀ ਸੀ ਕਿ ਸਤਿਗੁਰ ਦੇ ਇੱਕ ਇੱਕ ਰੋਮ ਵਿੱਚ ਕਰੋੜਾਂ ਬ੍ਰਹਿਮੰਡ ਵਸਦੇ ਨੇ। ਉਹ ਕੰਘਾ ਕੇਵਲ ਕੰਘਾ ਨਹੀਂ, ਉਸ ਰੋਮਾਂ ਨੂੰ ਛੂਇਆ ਹੋਇਆ, ਬਖਸ਼ਿਆ ਹੋਇਆ ਮੇਰੀ ਝੋਲੀ ਪੈਣਾ। ਆਖੋ ਸਤਨਾਮ, ਸ੍ਰੀ ਵਾਹਿਗੁਰੂ। ਆਹਾ, ਇਸ਼ਾਰਾ ਲਿਓ, ਸਤਿਗੁਰ ਨੇ ਉਹ ਕੰਘਾ ਕੇਸਾਂ ਸਮੇਤ ਉਹਨੂੰ ਬਖਸ਼ਿਆ। ਕੌਣ ਸੀ ਪੀਰ ਬੁੱਧੂ ਸ਼ਾਹ? ਮੁਸਲਮਾਨ। ਨੋਟ ਕਰੋ, ਹਿੰਦੂ ਨੂੰ ਵੀ ਗਲੇ ਨਾਲ ਲਾ ਰਹੇ ਨੇ, ਮੁਸਲਮਾਨਾਂ ਨੂੰ ਵੀ ਗਲੇ ਨਾਲ ਲਾ ਰਹੇ ਨੇ। ਕੋਈ ਵੀ ਜੰਗ ਕਿਸੇ ਖਾਸ ਫਿਰਕੇ ਦੇ ਵਿਰੁੱਧ ਨਹੀਂ ਹੈ, ਕੇਵਲ ਜ਼ੁਲਮ ਦੇ ਵਿਰੁੱਧ ਹੈ। ਇਸ ਲਈ ਤੇਰੀਆਂ ਜੰਗਾਂ ਵੀ ਚੋਜੀ ਨੇ। ਤੂੰ ਆਪ ਔਲਾਦ ਨੂੰ ਤਿਆਰ ਕਰਕੇ ਭੇਜ ਰਿਹਾ ਹੈ, ਜਾਓ ਸ਼ਹੀਦੀ ਪਾਓ। ਤੇਰਾ ਉਹ ਮੋਹ ਵੀ ਅਨੋਖਾ ਤੇ ਵਿਰਲਾ ਹੈ। ਕਰੋ ਨਾਲ ਨਾਲ ਰਸਨਾ ਪਵਿੱਤਰ, ਜੋ ਜੀ ਮੇਰੇ ਗੋਬਿੰਦਾ, ਜੋ ਜੀ ਮੇਰੇ ਪਿਆਰਿਆ, ਜੋ ਜੀ ਮੇਰੇ ਗੋਵਿੰਦਾ, ਜੋ ਜੀ ਮੇਰੇ ਪਿਆਰਿਆ, ਹਰ ਪ੍ਰਭ ਮੇਰਾ, ਜੋ ਜੀ ਜੀਆ, ਹਰਿ ਪ੍ਰਭ ਮੇਰਾ, ਹੈ ਜੋ ਜੀ ਜੀਓ, ਹਰ ਪ੍ਰਭ ਮੇਰਾ, ਜੋ ਜੀ ਜੀਓ, ਜੋ ਜੀ ਮੇਰੇ ਗੋਵਿੰਦਾ, ਜੀ ਮੇਰੇ ਪਿਆਰਿਆ, ਜੀ ਮੇਰੇ ਗੋਵਿੰਦਾ, ਜੀ ਮੇਰੇ ਪਿਆਰਿਆ। ਸਤਿਗੁਰ ਸਭਨਾ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹੋ ਬਿਰਦ ਸੁਆਮੀ ਸੰਦਾ। ਚੋਜੀ ਮੇਰੇ ਗੋਵਿੰਦਾ, ਚੋਜੀ ਮੇਰੇ ਪਿਆਰਿਆ, ਚੋਜੀ। ਦਾਸ ਆਪਣੇ ਘਰ ਇੱਕ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਕਰ ਰਿਹਾ ਸੀ। ਸਹਿਜ ਪਾਠ ਕਰਦਿਆਂ ਕਰਦਿਆਂ ਸ਼ਬਦ ਆ ਗਿਆ, ਰੋਵੇ ਦੈਸਰ ਲੰਕ ਗਵਾਏ, ਜਿਨ ਸੀਤਾ ਆਂਦੀ ਡੌਰੂ ਵਾਏ। ਰੋਵੇ ਪਾਂਡਵ ਭਏ ਮਜ਼ੂਰ, ਜਿਨ ਕੇ ਸੁਆਮੀ ਰਹਿਤ ਹਦੂਰ। ਰੋਵੇ ਜਨਮੇ ਜਾ ਹੋਏ ਗਿਆ, ਏਕੀ ਕਾਰਨ ਪਾਪੀ ਭਇਆ। ਅਜੇ ਸੋ ਰੋਵੇ ਭੀਖਿਆ ਖਾਏ, ਐਸੀ ਦਰਗੇ ਮਿਲੇ ਸਜਾਏ। ਇਹ ਅਗਾਂਹ ਵੀ 10-15 ਪੰਕਤੀਆਂ ਹੋਰ ਨੇ ਇਸ ਸ਼ਬਦ ਵਿੱਚ। ਬਾਲੀ ਰੋਵੇ ਨਾਏ ਬਤਾਰ, ਨਾਨਕ ਦੁਖੀਆ ਸਭ ਸੰਸਾਰ। ਫਲਾਣਾ ਵੀ ਰੋਇਆ, ਫਲਾਣਾ ਵੀ ਰੋਇਆ। ਦਾਸ ਸਹਿਜ ਪਾਠ ਕਰ ਰਿਹਾ ਸੀ ਤੇ ਕੁਦਰਤੀ ਇਸ ਸ਼ਬਦ ਵਿੱਚ ਜਦੋਂ ਇਹ
ਗਹਿਰਾਈ ਨਾਲ ਪੜਿਆ, ਫਲਾਣਾ ਵੀ ਰੋਇਆ, ਫਲਾਣਾ ਵੀ, ਤੇ ਮੈਂ 2 ਮਿੰਟ ਲਈ ਰੁਮਾਲਾ ਪਾਤਾ ਗੁਰੂ ਗ੍ਰੰਥ ਸਾਹਿਬ ਤੇ ਸੋਚਣ ਲੱਗ ਪਿਆ ਕਿ 10 ਜਾਮਿਆਂ 'ਚ ਗੁਰੂ ਨਾਨਕ ਵੀ ਰੋਇਆ। ਆਖੋ ਸਤਿਨਾਮ। ਹਾਏ ਹਾਏ। ਪਹਿਲੀ ਪਾਤਸ਼ਾਹੀ ਦੇ ਆਰੰਭ ਤੋਂ 10ਵੇਂ ਪਾਤਸ਼ਾਹ ਤੱਕ 10 ਜਾਮਿਆਂ ਤੇ ਝਾਤੀ ਪਾ ਲਿਓ, ਕਿਧਰੇ ਇਤਿਹਾਸ ਵਿੱਚ ਮਿਸਾਲ ਨਹੀਂ ਮਿਲੇਗੀ। ਗੁਰੂ ਨਾਨਕ ਵੀ ਰੋਇਆ ਹੈ। ਤੱਤੀ ਲੋਹ ਤੇ ਬੈਠੇ ਨੇ ਤੇ ਕੀ ਕਹਿੰਦੇ, ਤੇਰਾ ਕੀਆ ਮਿੱਠਾ ਲਾਗੇ। ਕਿਤੇ ਨਹੀਂ ਇਤਿਹਾਸ ਪੜੋਗੇ ਕਿ ਗੁਰੂ ਅਰਜਨ ਸਾਹਿਬ ਤੱਤੀ ਲੋਹ ਤੇ ਬੈਠਣ ਵੇਲੇ ਰੋ ਪਏ। ਆਖੋ ਸਤਿਨਾਮ। ਚਾਂਦਨੀ ਚੌਂਕ ਵਿੱਚ ਸੀਸ ਦਿੱਤਾ ਜਾ ਰਿਹਾ ਹੈ। ਕਿਤੇ ਇਹ ਨਹੀਂ ਪੜੋਗੇ ਕਿ ਸਤਿਗੁਰਾਂ ਦੇ ਨੇਤਰਾਂ 'ਚ ਅਥਰੂ ਆ ਗਏ। ਕਿਉਂ? ਇਹ ਸਭ ਕੁਝ ਆ ਮਨ ਪਕੜ ਤੋਂ ਬਾਹਰ ਹੈ। ਆਖੋ ਸਤਿਨਾਮ। ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ। ਕਿਤੇ ਨਹੀਂ ਪੜੋਗੇ ਕਲਗੀਧਰ ਦੇ ਨੇਤਰਾਂ 'ਚ ਅਥਰੂ ਆ ਗਏ ਨੇ। ਆਖੋ ਸਤਿਨਾਮ। ਮਨ ਪਕੜ ਤੋਂ ਬਾਹਰ ਹੈ। ਕਿਤੇ ਇਤਿਹਾਸ ਵਿੱਚ ਇਹ ਮਿਸਾਲ ਮਿਲਦੀ ਹੈ? ਨਹੀਂ ਮਿਲੇਗੀ। ਬਾਬਾ ਟਲ ਰਾਏ ਜੀ ਨੇ ਮੋਹਨ ਜੀ ਨੂੰ ਜਿੰਦਾ ਕਰਤਾ। ਸਮਾਂ ਪੂਰਾ ਹੋ ਗਿਆ ਸੀ। ਉਹ ਖੇਡ ਹੁੰਦੀ ਸੀ ਤੇ ਮਿੱਟੀ ਰਹਿ ਜਾਂਦੀ ਸੀ ਵੀ ਅਗਲੇ ਦਿਨ ਹੁਣ ਇਹਦੀ ਮਿੱਟੀ ਹੈ। ਸੱਪ ਲੜ ਗਿਆ, ਮੋਹਨ ਜੀ ਚੜ੍ਹਾਈ ਕਰ ਗਏ ਤੇ ਬਾਬਾ ਜੀ ਉਹ ਸੋਟੀ ਕੋਲ ਰੱਖਦੇ ਸੀ। ਸਾਰੇ ਕਹਿੰਦੇ ਮੋਹਨ ਨਹੀਂ ਆਇਆ ਮਿੱਟੀ ਦੇਣ। ਬਾਬਾ ਟਲ ਰਾਏ ਜੀ ਘਰ ਚਲੇ ਗਏ ਤੇ ਸੋਟੀ ਲਾ ਕੇ ਕਹਿੰਦੇ ਉੱਠ ਮਿੱਟੀ ਦੇ। ਹੁਣ ਗੁਰੂ ਹਰਗੋਬਿੰਦ ਸਾਹਿਬ ਦੇ ਸੁਪੁੱਤਰ ਸਨ, ਰਸਨਾ 'ਚ ਤਾਕਤ ਸੀ। ਮਿਰਤਕ ਕੋ ਜਵਾਲਣਹਾਰ ਵਾਲੀ ਗੱਲ ਬਣ ਗਈ। ਤੇ ਜਦੋਂ ਮੋਹਨ ਜੀ ਉੱਠ ਪਏ, ਪਰਿਵਾਰ ਖੁਸ਼, ਥਾਂ ਥਾਂ ਰੋਲਾ ਪੈ ਗਿਆ ਕਿ ਬਾਬਾ ਟਲ ਰਾਏ ਨੇ ਮੋਹਨ ਜੀ ਨੂੰ ਜਿੰਦਾ ਕਰਤਾ। 6ਵੇਂ ਪਾਤਸ਼ਾਹ ਕੋ ਅਕਾਲ ਤਖਤ ਤੇ ਗੱਲ ਪਹੁੰਚ ਗਈ। 6ਵੇਂ ਪਾਤਸ਼ਾਹ ਕੋਲ ਅਕਾਲ ਤਖਤ ਤੇ ਗੱਲ ਜਦੋਂ ਪਹੁੰਚ ਗਈ ਕਿ ਮੋਹਨ ਜੀ ਨੂੰ ਜਿੰਦਾ ਕਰਤਾ ਬਾਬਾ ਟਲ ਰਾਏ ਜੀ ਨੇ, ਤੇ ਵੇਖੋ ਗੁਰੂ ਹਰਗੋਬਿੰਦ ਸਾਹਿਬ ਕੀ ਕਹਿੰਦੇ ਆ। ਬਾਬਾ ਟਲ ਰਾਏ ਜੀ ਨੂੰ ਬੁਲਾ ਕੇ ਕਹਿੰਦੇ ਮਾਰੇ ਰਾਖੇ ਏਕੋ ਆਪ, ਮਾਨੁਖ ਕੇ ਕਿਛ ਨਾਹੀ ਹਾਥ। ਤੁਸੀਂ ਮੋਹਨ ਜੀ ਨੂੰ ਜਿੰਦਾ ਕਰਾ ਕੇ ਤੇ ਰੱਬ ਦੇ ਸ਼ਰੀਕ ਬਣ ਗਏ। ਆਖੋ ਸਤਿਨਾਮ। ਇਹ ਤੇ ਹੁਣੇ ਲਾਈਨਾਂ ਲੱਗ ਜਾਣਗੀਆਂ, ਕੱਲ ਕਰੋ ਸਾਡੇ ਵੀ ਸਰੀਰ ਜਿੰਦਾ। ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਬਾਬਾ ਟਲ ਰਾਏ ਜੀ ਨੂੰ ਕਿ ਹੁਣ ਮੋਹਨ ਦੀ ਜਗ੍ਹਾ ਤੁਸੀਂ ਜਾਣਾ ਕਿ ਅਸੀਂ ਜਾਣਾ? ਗੱਜ ਕੇ ਆਖੋ ਸਤਿਨਾਮ। ਦਰਗਾਹ 'ਚ ਜਾਂ ਤੁਸੀਂ ਚੱਲੋ ਜਾਂ ਅਸੀਂ ਚੱਲਾਂਗੇ। ਦਾਸ ਦੇ ਕਹਿਣ ਤੋਂ ਭਾਵ ਬਾਬਾ ਟਲ ਰਾਏ ਜੀ ਆਏ ਗੁਰੂ ਕੇ ਮਹਿਲ, ਮਾਤਾ ਜੀ ਨੂੰ ਨਮਸਕਾਰ ਕੀਤੀ। ਜਿੱਥੇ ਇਸ ਵੇਲੇ ਬਾਬਾ ਟਲ ਗੁਰਦੁਆਰਾ ਹੈ, ਉੱਥੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਕੇ ਚੱਦਰ ਤਾਣ ਕੇ ਤੇ ਸਰੀਰ ਤਿਆਗਤਾ। ਹੁਣ ਗੱਲ ਪਕੜ ਦੀ ਵੇਖੋ। ਸਰੀਰ ਤਿਆਗਣਾ ਸੌਖਾ ਨਹੀਂ, ਪਰ ਕਿਰਪਾ ਹੈ, ਮਨ ਪਕੜ ਤੋਂ ਬਾਹਰ ਹੈ। ਆਖੋ ਸਤਿਨਾਮ। ਸਰੀਰ ਤਿਆਗਤਾ। ਨੋਟ ਕਰਿਓ। ਗੁਰੂ ਹਰਗੋਬਿੰਦ ਸਾਹਿਬ ਆਏ, ਫਿਰ ਵਰ ਦਿੱਤੇ ਬੜੇ। 9 ਸਾਲ ਦੀ ਉਮਰ ਵਿੱਚ ਐਡਾ ਵੱਡਾ ਕਾਰਜ ਕਰਤਾ, ਪਕੜ ਤੋਂ ਬਾਹਰ ਤਿਆਗਤਾ ਸਰੀਰ। ਇਹ 9 ਮੰਜ਼ਲਾ ਗੁਰਦੁਆਰਾ ਬਣੇਗਾ। ਸਾਰੀ ਦੁਨੀਆ ਦੇ ਲੋਕ ਦਰਸ਼ਨ ਕਰਨ ਆਣਗੇ। ਵਰ ਦਿੱਤੇ। ਇੱਥੋਂ ਲੋਕਾਂ ਦੀਆਂ ਮੁਰਾਦਾਂ ਪੂਰੀਆਂ ਹੋਣਗੀਆਂ। ਵਰ ਦਿੱਤੇ। ਤੇਰਾ ਮਨ ਪਕੜ ਤੋਂ ਬਾਹਰ ਬਾਬਾ ਟਲ, ਇਸ ਲਈ ਤੈਨੂੰ ਦੁਨੀਆ ਪੂਜੇਗੀ। ਵਰ ਦਿੱਤੇ ਬਾਬਾ ਟਲ, ਪੱਕੀ ਪਕਾਈ ਘੱਲ। ਤੇ ਕਹਿੰਦੇ ਸੰਸਕਾਰ ਕਰਕੇ ਮਹਾਰਾਜ ਅਗਲੇ ਦਿਨ ਹੀ ਘੋੜੇ ਤੇ ਬਹਿ ਕੇ ਤੇ ਲੋਹਗੜ੍ਹ ਵਾਲੇ ਬੰਨੇ ਆ ਗਏ। ਚਲੋ ਸੈਰ ਕਰਕੇ ਆਈਏ। ਤੇ ਅੱਗੋਂ ਸਤਿਗੁਰਾਂ ਦਾ
ਸਾਂਢੂ ਭਾਈ ਸਾਈਂ ਦਾਸ ਆ ਰਿਹਾ। ਕਿਸ ਵਾਸਤੇ ਆ ਰਿਹਾ? ਕਿ ਬਾਬਾ ਟੱਲ ਜੀ ਚੜ੍ਹਾਈ ਕਰਨੇ ਤੇ ਪ੍ਰਚਾਵਣੀ ਕਰਨ ਲਈ ਆ ਰਹੇ ਨੇ। ਤੇ ਸਾਈਂ ਦਾਸ ਕਹਿੰਦੇ ਆ, ਮਹਾਰਾਜ ਤੁਸੀਂ ਘਰ ਬਹਿਣਾ ਸੀ, ਅਸੀਂ ਤੇ ਜੇ ਪ੍ਰਚਾਵਣੀ ਕਰਨ ਆ ਰਹੇ ਆ ਤੇ ਤੁਸੀਂ ਸੈਰ ਕਰਨ ਨਿਕਲ ਪਏ ਹੋ। ਹੱਕ ਸਤਨਾਮ, ਮਨ ਪਕੜ ਤੋਂ ਬਾਹਰ ਏ। ਨੋਟ ਕਰਿਓ ਜੋ ਮੈਂ ਗੱਲ ਆਪ ਜੀ ਤੱਕ ਦੱਸਣੀ ਚਾਹ ਰਿਹਾ। ਅਸੀਂ ਪ੍ਰਚਾਵਣੀ ਕਰਨ ਆ ਰਹੇ ਆ, ਤੁਸੀਂ ਸੈਰ ਕਰਨ ਨਿਕਲ ਆਏ ਹੋ। ਪੁੱਤਰ ਚਲਾ ਗਿਆ, ਥੋੜਾ ਬਹੁਤਾ ਬਹਿਣਾ ਸੀ ਅਫਸੋਸ ਵਿੱਚ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਸਾਈਂ ਦਾਸ ਆ ਜ਼ਮੀਨ ਤੇ ਕੀ ਏ? ਕਹਿੰਦੇ ਜੀ ਮਿੱਟੀ ਏ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ, ਸਾਈਂ ਦਾਸ ਸੱਜੇ ਹੱਥ ਦੀ ਉਂਗਲ ਨਾਲ ਇਸ ਮਿੱਟੀ ਤੇ 4 ਲਕੀਰਾਂ ਪਾ ਦੇ। ਪਾਤੀਆਂ। ਹੁਣ ਕੀ ਏ ਜੀ? ਲਕੀਰਾਂ 4 ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਸਾਈਂ ਦਾਸ ਮਿਟਾ ਦੇ। ਹੁਣ ਹੱਥ ਫੇਰ ਕੇ ਲਕੀਰਾਂ ਮਿਟਾ ਦੇ। ਮਿਟਾਤੀਆਂ। ਹੁਣ ਕੀ ਏ ਜੀ? ਫਿਰ ਮਿੱਟੀ ਏ। ਜਦੋਂ ਲਕੀਰਾਂ ਪਾਈਆਂ ਕੀ ਸੀ ਜੀ? ਤਾਂ ਵੀ ਮਿੱਟੀ ਸੀ। ਹੁਣ ਲਕੀਰਾਂ ਕਿੱਥੇ ਗਈਆਂ? ਕਹਿੰਦੇ ਮਿੱਟੀ ਦੇ ਵਿੱਚ ਹੀ ਰਲ ਗਈਆਂ। ਆਖੋ ਸਤਨਾਮ। ਸਤਿਗੁਰੂ ਕਹਿੰਦੇ, ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਮਨ ਟੇਕ। ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਭਇਆ। ਸਤਿਗੁਰੂ ਕਹਿੰਦੇ ਐ, ਵਿਸ਼ੇਸ਼ ਮਨ ਨੂੰ ਗੱਲ ਲਾਉਣ ਦੀ ਬਹੁਤੀ ਇਸ ਲਈ ਲੋੜ ਨਹੀਂ ਕਿ ਮਿੱਟੀ ਸੀ ਤੇ ਮਿੱਟੀ 'ਚ ਹੀ ਰਲ ਗਈ। ਆਖੋ ਸਤਨਾਮ। ਇਸ ਲਈ ਮਿੱਟੀ ਮਿੱਟੀ 'ਚ ਰਲ ਗਈ ਏ। ਇਹ ਲੀਲਾ ਹੈ ਉਹਦੀ। ਇਹ ਸਭ ਗੱਲਾਂ ਉਹ ਕਰ ਸਕਦਾ ਜੇ ਮਨ ਪਕੜ ਤੋਂ ਬਾਹਰ ਹੈ। ਗੱਜ ਕੇ ਆਖੋ ਸਤਨਾਮ। ਪੜੋ ਇਤਿਹਾਸ ਵਿੱਚ 10 ਜਾਮਿਆਂ 'ਚ ਇਹ ਮਿਸਾਲ ਨਹੀਂ ਮਿਲੇਗੀ ਕਿ ਕਿਧਰੇ ਸਾਧ ਸੰਗਤ ਧੰਨ ਧੰਨ 10 ਪਾਤਸ਼ਾਹੀਆਂ ਨੇ ਕਿਸੇ ਤਰ੍ਹਾਂ ਦਾ ਕੋਈ ਸਮਾਂ ਆਉਣ ਤੇ ਰੋਏ ਹੋਣ। ਕਿਉਂ? ਮਨ ਪਕੜ ਤੋਂ ਬਾਹਰ ਹੈ। ਔਰ ਮੈਂ ਇਹ ਬੇਨਤੀ ਕਰਾਂਗਾ, ਕੇਵਲ ਪਿਤਾ ਦੀਆਂ ਕਥਾ ਕਹਾਣੀਆਂ ਚੋਜ ਸੁਣਿਓ ਨਾ, ਉਹ 10 ਪੈਸੇ ਆਪਣੇ ਤੇ ਵੀ ਢਾਲਿਓ। ਆਪਣਾ ਮਨ ਵੀ ਪਕੜ ਤੋਂ ਬਾਹਰ ਕਰੋ। ਇੰਨਾ ਆਨੰਦ ਆਏਗਾ ਜ਼ਿੰਦਗੀ 'ਚ, ਇੰਨਾ ਖੇੜਾ ਮਿਲੇਗਾ ਜ਼ਿੰਦਗੀ 'ਚ, ਜਿਹਨੂੰ ਆਖਦੇ ਨੇ ਫਿਰ ਚਿੰਤਾ ਤੋਂ ਰਹਿਤ ਸ਼ਹਿਰ ਮਿਲ ਜਾਏਗਾ। ਆ ਵੇਖ ਲਓ ਕਲਗੀਧਰ ਪਾਤਸ਼ਾਹ ਦਾ, ਜਿਨ੍ਹਾਂ ਦੇ ਅੱਜ ਚੋਜ ਗਾਏ ਜਾ ਰਹੇ ਆ, ਬੈਠੇ ਨੇ ਸਿੰਘਾਸਨ ਤੇ, ਚੌਰ ਸਾਹਿਬ ਹੋ ਰਹੀ ਏ, 2 ਸਿੰਘ ਮੋਢੇ ਘੁੱਟ ਰਹੇ ਨੇ, 10 ਸਿੰਘ ਅੱਗੇ ਸੇਵਾ 'ਚ ਹਾਜ਼ਰ ਨੇ, ਹਜ਼ਾਰਾਂ ਬੰਦਿਆਂ ਦੀ ਲਾਈਨ ਲੱਗੀ ਏ ਨਮਸਕਾਰ ਕਰਨ ਵਾਲਿਆਂ ਦੀ। ਕਿੰਨਾ ਸਤਿਕਾਰ ਏ, ਕਿੰਨਾ ਮਾਣ ਮਿਲਦਾ ਪਿਆ। ਹੁਣ ਉਹ ਕਲਗੀਧਰ ਪਾਤਸ਼ਾਹ, ਨਾ ਕੋਈ ਚੌਰ ਵਾਲਾ ਤੇ ਨਾ ਘੋੜਾ, ਨਾ ਕੋਈ ਜੋੜਾ ਤੇ ਨਾ ਕੋਈ ਪਲੰਗ, ਨਾ ਕੋਈ ਸਿੰਘਾਸਨ ਤੇ ਨਾ ਕੋਈ ਮੱਥਾ ਟੇਕਣ ਵਾਲਾ, ਰਹਿ ਗਏ ਕੱਲੇ ਮਾਛੀਵਾੜੇ ਦੇ ਜੰਗਲਾਂ 'ਚ। ਆਖੋ ਸਤਨਾਮ। ਹੁਣ ਰੋ ਪੈਣ, ਕਿੱਥੇ ਇਹਨਾਂ ਸਤਿਕਾਰ ਮਾਣ ਤੇ ਕਿੱਥੇ ਮਾਛੀਵਾੜੇ ਦੇ ਜੰਗਲਾਂ 'ਚ। ਲੇਕਿਨ ਕੀ ਕਹਿੰਦੇ ਨੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਕਹੋ ਸਾਰੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਤੁਧ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਈ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਤੇ ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਟ ਖੇੜਿਆਂ ਦਾ ਰਹਿਣਾ। ਕਿ ਹੇ ਯਾਰ ਤੇਰਾ ਸੱਥਰ ਚੰਗਾ, ਪਰ ਜੇ ਤੂੰ ਨਾਰਾਜ਼ ਹੋਵੇਂ, ਤੂੰ ਵਿਸਰ ਜਾਵੇਂ, ਉਹ ਸਾਡੇ ਲਈ ਭੱਠ ਦੇ ਮੁਤਾਬਕ ਇਹ ਖੇੜਾ। ਜੇ ਤੂੰ ਇੰਜ ਰੱਖਿਆ ਤੇ ਇੰਜ ਹੀ ਆਨੰਦ ਹੈ। ਆਖੋ ਸਤਨਾਮ। ਹੁਣ ਕਿੱਥੇ ਇੰਨਾ ਸਤਿਕਾਰ, ਕਿੱਥੇ ਕੱਲੇ ਮਾਛੀਵਾੜੇ ਦੇ ਜੰਗਲਾਂ 'ਚ ਪੱਥਰ ਨੂੰ ਸਰਾਣਾ ਬਣਾਇਆ। ਲੇਕਿਨ ਮਨ ਵਿੱਚ ਕੋਈ ਚਿੰਤਾ ਨਹੀਂ ਆਈ, ਕੋਈ ਰੋਣਾ ਨਹੀਂ ਆਇਆ। ਕਿਉਂ? ਸਭ ਕੁਝ ਕਿ ਮਨ ਨੇ ਸਿੰਘਾਸਨ ਵੇਲੇ ਵੀ ਪਕੜ ਨਹੀਂ ਰੱਖੀ। ਆਖੋ ਸਤਨਾਮ। ਅੱਜ ਜਿੰਨੀ ਸੰਗਤ ਬੈਠੀ ਹੋ, ਸਾਰੇ ਨੋਟ ਕਰਿਓ, ਦੁੱਖ ਸੁੱਖ ਸਭ ਤੇ ਆਉਂਦੇ ਨੇ। ਦੁੱਖ ਰਾਮ ਜੀ ਤੇ ਵੀ ਆਇਆ ਤੇ ਸੁੱਖ ਰਾਮ ਜੀ ਤੇ ਵੀ ਆਇਆ। ਦੁੱਖ ਰਾਵਣ ਤੇ ਵੀ ਆਇਆ, ਸੁੱਖ ਰਾਵਣ ਤੇ ਵੀ ਆਇਆ। ਲੇਕਿਨ ਰਾਵਣ ਦੁੱਖ ਵੇਲੇ ਕਲਪਦਾ ਤੇ ਸੁੱਖ ਵੇਲੇ ਹੱਦੋਂ ਵੱਧ ਖੁਸ਼ ਹੁੰਦਾ। ਰਾਮ ਜੀ ਦੁੱਖ ਵੇਲੇ ਕਲਪਦੇ ਨਹੀਂ ਤੇ ਸੁੱਖ ਵੇਲੇ ਬਹੁਤੇ ਖੁਸ਼ ਨਹੀਂ ਹੁੰਦੇ। ਕਿਉਂ? ਮਨ ਪਕੜ ਤੋਂ ਬਾਹਰ ਹੈ। ਅਸਲੀ ਮੰਜ਼ਿਲ ਕੋਈ ਹੋਰ ਸਮਝੀ। ਗੱਜ ਕੇ ਆਖੋ ਸਤਨਾਮ। ਰੋਏ ਹੋਣ
ਕਿਉਂ ਮਨ ਪਕੜ ਤੋਂ ਬਾਹਰ ਹੈ। ਔਰ ਮੈਂ ਇਹ ਬੇਨਤੀ ਕਰਾਂਗਾ, ਕੇਵਲ ਪਿਤਾ ਦੀਆਂ ਕਥਾ ਕਹਾਣੀਆਂ ਚੋਜ ਸੁਣਿਓ ਨਾ, ਉਹ 10 ਪੈਸੇ ਆਪਣੇ ਤੇ ਵੀ ਢਾਲਿਓ, ਆਪਣਾ ਮਨ ਵੀ ਪਕੜ ਤੋਂ ਬਾਹਰ ਕਰੋ। ਇੰਨਾ ਆਨੰਦ ਆਏਗਾ ਜ਼ਿੰਦਗੀ 'ਚ, ਇੰਨਾ ਖੇੜਾ ਮਿਲੇਗਾ ਜ਼ਿੰਦਗੀ 'ਚ, ਜਿਹਨੂੰ ਆਖਦੇ ਨੇ ਫਿਰ ਚਿੰਤਾ ਤੋਂ ਰਹਿਤ ਸ਼ਹਿਰ ਮਿਲ ਜਾਏਗਾ। ਆ ਵੇਖ ਲਓ ਕਲਗੀਧਰ ਪਾਤਸ਼ਾਹ ਦਾ, ਜਿਨ੍ਹਾਂ ਦੇ ਅੱਜ ਚੋਜ ਗਾਏ ਜਾ ਰਹੇ ਆ, ਬੈਠੇ ਨੇ ਸਿੰਘਾਸਨ ਤੇ, ਚੌਰ ਸਾਹਿਬ ਹੋ ਰਹੀ ਏ, 2 ਸਿੰਘ ਮੋਢੇ ਘੁੱਟ ਰਹੇ ਨੇ, 10 ਸਿੰਘ ਅੱਗੇ ਸੇਵਾ 'ਚ ਹਾਜ਼ਰ ਨੇ, ਹਜ਼ਾਰਾਂ ਬੰਦਿਆਂ ਦੀ ਲਾਈਨ ਲੱਗੀ ਏ ਨਮਸਕਾਰ ਕਰਨ ਵਾਲਿਆਂ ਦੀ। ਕਿੰਨਾ ਸਤਿਕਾਰ ਏ, ਕਿੰਨਾ ਮਾਣ ਮਿਲਦਾ ਪਿਆ। ਹੁਣ ਉਹ ਕਲਗੀਧਰ ਪਾਤਸ਼ਾਹ, ਨਾ ਕੋਈ ਚੌਰ ਵਾਲਾ ਤੇ ਨਾ ਘੋੜਾ, ਨਾ ਕੋਈ ਜੋੜਾ ਤੇ ਨਾ ਕੋਈ ਪਲੰਗ, ਨਾ ਕੋਈ ਸਿੰਘਾਸਨ ਤੇ ਨਾ ਕੋਈ ਮੱਥਾ ਟੇਕਣ ਵਾਲਾ, ਰਹਿ ਗਏ ਇਕੱਲੇ ਮਾਛੀਵਾੜੇ ਦੇ ਜੰਗਲਾਂ 'ਚ। ਆਖੋ ਸਤਨਾਮ। ਹੁਣ ਰੋ ਪੈਣ, ਕਿੱਥੇ ਇਹਨਾਂ ਸਤਿਕਾਰ ਮਾਣ ਤੇ ਕਿੱਥੇ ਮਾਛੀਵਾੜੇ ਦੇ ਜੰਗਲਾਂ 'ਚ। ਲੇਕਿਨ ਕੀ ਕਹਿੰਦੇ ਨੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਕਹੋ ਸਾਰੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਤੁਧ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਈ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਤੇ ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਟ ਖੇੜਿਆਂ ਦਾ ਰਹਿਣਾ। ਕਿ ਹੇ ਯਾਰ ਤੇਰਾ ਸੱਥਰ ਚੰਗਾ, ਪਰ ਜੇ ਤੂੰ ਨਾਰਾਜ਼ ਹੋਵੇਂ, ਤੂੰ ਵਿਸਰ ਜਾਵੇਂ, ਉਹ ਸਾਡੇ ਲਈ ਭੱਠ ਦੇ ਮੁਤਾਬਕ ਇਹ ਖੇੜਾ। ਜੇ ਤੂੰ ਇੰਜ ਰੱਖਿਆ ਤੇ ਇੰਜ ਹੀ ਆਨੰਦ ਹੈ। ਆਖੋ ਸਤਨਾਮ। ਹੁਣ ਕਿੱਥੇ ਇੰਨਾ ਸਤਿਕਾਰ, ਕਿੱਥੇ ਕੱਲੇ ਮਾਛੀਵਾੜੇ ਦੇ ਜੰਗਲਾਂ 'ਚ ਪੱਥਰ ਨੂੰ ਸਰਾਣਾ ਬਣਾਇਆ। ਲੇਕਿਨ ਮਨ ਵਿੱਚ ਕੋਈ ਚਿੰਤਾ ਨਹੀਂ ਆਈ, ਕੋਈ ਰੋਣਾ ਨਹੀਂ ਆਇਆ। ਕਿਉਂ ਸਭ ਕੁਝ? ਕਿ ਮਨ ਨੇ ਸਿੰਘਾਸਨ ਵੇਲੇ ਵੀ ਪਕੜ ਨਹੀਂ ਰੱਖੀ। ਆਖੋ ਸਤਨਾਮ। ਅੱਜ ਜਿੰਨੀ ਸੰਗਤ ਬੈਠੀ ਹੋ, ਸਾਰੇ ਨੋਟ ਕਰਿਓ, ਦੁੱਖ ਸੁੱਖ ਸਭ ਤੇ ਆਉਂਦੇ ਨੇ। ਦੁੱਖ ਰਾਮ ਜੀ ਤੇ ਵੀ ਆਇਆ ਤੇ ਸੁੱਖ ਰਾਮ ਜੀ ਤੇ ਵੀ ਆਇਆ। ਦੁੱਖ ਰਾਵਣ ਤੇ ਵੀ ਆਇਆ, ਸੁੱਖ ਰਾਵਣ ਤੇ ਵੀ ਆਇਆ। ਲੇਕਿਨ ਰਾਵਣ ਦੁੱਖ ਵੇਲੇ ਕਲਪਦਾ ਤੇ ਸੁੱਖ ਵੇਲੇ ਹੱਦੋਂ ਵੱਧ ਖੁਸ਼ ਹੁੰਦਾ। ਰਾਮ ਜੀ ਦੁੱਖ ਵੇਲੇ ਕਲਪਦੇ ਨਹੀਂ ਤੇ ਸੁੱਖ ਵੇਲੇ ਬਹੁਤੇ ਖੁਸ਼ ਨਹੀਂ ਹੁੰਦੇ। ਕਿਉਂ? ਮਨ ਪਕੜ ਤੋਂ ਬਾਹਰ ਹੈ, ਅਸਲੀ ਮੰਜ਼ਿਲ ਕੋਈ ਹੋਰ ਸਮਝੀ। ਗੱਜ ਕੇ ਆਖੋ ਸਤਨਾਮ। ਅਰਦਾਸ ਕਰੋ ਸਾਡੀ ਵੀ ਉਹ ਅਵਸਥਾ ਬਣੇ, ਮਨ ਪਕੜ ਤੋਂ ਬਾਹਰ ਦੀ ਕਿਰਪਾ ਝੋਲੀ 'ਚ ਪਵੇ। ਜਿਵੇਂ ਕੋਈ ਗੁਰਸਿੱਖ ਬੈਠਾ ਸੀ ਨਾ, ਉਹਨੂੰ ਕਿਸੇ ਨੇ ਆ ਕੇ ਕਿਹਾ ਤੇਰਾ 50,000 ਦਾ ਜਿਹੜਾ ਮਾਲ ਆ ਰਿਹਾ ਸੀ ਨਾ, ਉਹ ਫੜਿਆ ਗਿਆ। ਉਹ ਫੜਿਆ ਗਿਆ, ਨੁਕਸਾਨ ਹੋ ਗਿਆ। ਤੇ ਗੁਰਸਿੱਖ ਜਿਹੜਾ ਕਹਿੰਦਾ ਅੱਛਾ ਮਾਲ ਫੜਿਆ ਗਿਆ, ਚਲੋ ਯਤਨ ਕਰਦੇ ਆ ਫਲਾਣੇ ਅਫਸਰ ਰਾਹੀਂ ਮਾਲ ਛੁੱਟ ਜੇ। ਯਤਨ ਕਰਦੇ ਆ, ਕਿਸੇ ਨੂੰ ਮਿਲ ਕੇ ਮਾਲ ਛਡਾਉਂਦੇ ਆ। ਕਹਿੰਦੇ 5 ਮਿੰਟ ਬੀਤੇ ਤੇ ਜਿੰਨੇ ਸੁਨੇਹਾ ਦਿੱਤਾ ਸੀ ਉਹੋ ਹੀ ਦੁਬਾਰਾ ਆ ਕੇ ਕਹਿੰਦਾ ਮੈਨੂੰ ਭੁਲੇਖਾ ਲੱਗਾ, ਤੇਰਾ ਮਾਲ ਨਹੀਂ ਫੜਿਆ ਗਿਆ, ਕਿਸੇ ਹੋਰ ਦਾ ਫੜਿਆ ਗਿਆ ਸੀ, ਤੇਰਾ ਠੀਕ ਠਾਕ ਘਰ ਪਹੁੰਚ ਗਿਆ। ਗੁਰਸਿੱਖ ਕੀ ਕਹਿੰਦਾ? ਅੱਛਾ ਮੇਰੇ ਵਾਲਾ ਸਮਾਨ ਠੀਕ ਠਾਕ ਪਹੁੰਚ ਗਿਆ, ਚਲੋ ਸ਼ੁਕਰ ਹੈ ਉਹਦਾ, ਸ਼ੁਕਰ ਹੈ ਗਰੀਬ ਨਵਾਜ ਦਾ, ਸ਼ੁਕਰ ਹੈ ਪਰਮੇਸ਼ਰ ਦਾ। ਤੇ ਜਿੰਨੇ ਦੋਵੇਂ ਵਾਰੀ ਸੁਨੇਹਾ ਦਿੱਤਾ ਨਾ, ਉਹਦੇ ਮਨ 'ਚ ਇੱਕ ਗੱਲ ਫਿਰ ਗਈ। ਕਹਿਣ ਲੱਗਾ ਗੁਰਸਿੱਖਾ ਇੱਕ ਪੁੱਛਣੀ ਹੈ ਗੱਲ ਤੈਨੂੰ। ਕੀ ਪੁੱਛਣਾ ਈ? ਕਹਿਣ ਲੱਗਾ ਇਹ ਪੁੱਛਣਾ ਕਿ ਜਦੋਂ ਮੈਂ ਤੈਨੂੰ ਆ ਕੇ ਕਿਹਾ 50,000 ਦਾ ਨੁਕਸਾਨ ਹੋ ਗਿਆ ਤੇ ਤਾਂ ਵੀ ਤੇਰੇ ਚਿਹਰੇ ਤੇ ਚਿੰਤਾ ਕੋਈ ਨਹੀਂ ਆਈ। ਤੂੰ ਇਹਨਾਂ ਜ਼ਰੂਰ ਕਿਹਾ ਵੀ ਯਤਨ ਕਰਦੇ ਆ, ਮਿਲ ਕੇ ਕਿਸੇ ਨੂੰ ਕੰਮ ਕਰਾਉਨੇ ਆ। ਆ ਨੋਟ ਕਰਿਓ, ਜਿਹੜੀ ਗੱਲ ਵਿਚਕਾਰ ਲਈ ਉਹ ਬਣਾਓ, ਲੋੜ ਹੈ ਇਸ ਚੀਜ਼ ਦੀ। ਜਿੰਨੇ ਦੁੱਖ ਮਨ ਦੀ ਪਕੜਦੇ ਨੇ, ਉਹ ਜਿਹਨੇ ਆ ਕੇ ਸੁਨੇਹਾ ਦਿੱਤਾ, ਕਹਿਣ ਲੱਗਾ ਗੁਰਸਿੱਖਾ ਜਦੋਂ ਮੈਂ ਆ ਕੇ ਕਿਹਾ ਤੇਰਾ ਮਾਲ ਫੜਿਆ ਗਿਆ, ਤੇਰੇ ਚਿਹਰਾ ਢਲਿਆ ਨਹੀਂ, ਕੋਈ ਚਿੰਤਾ ਨਹੀਂ ਆ ਗਈ, ਕੋਈ ਬੜਾ ਪਰੇਸ਼ਾਨ ਨਹੀਂ ਤੂੰ ਹੋ ਗਿਆ, ਇੰਨਾ ਜ਼ਰੂਰ ਕਿਹਾ ਤੂੰ ਯਤਨ ਕਰਦੇ ਆ। ਤੇ ਜਦੋਂ ਮੈਂ ਆ ਕੇ ਕਿਹਾ ਵੀ ਤੇਰਾ ਨਹੀਂ ਮਾਲ ਫੜਿਆ ਗਿਆ, ਤੇ ਤੂੰ ਬਹੁਤਾ ਉਛਲਿਆ ਕੁਦਲਿਆ ਨਹੀਂ, ਬਹੁਤਾ ਖੁਸ਼ ਨਹੀਂ ਹੋਇਆ, ਤਾਂ ਵੀ ਤੂੰ ਕਿਹਾ ਚੰਗਾ ਸ਼ੁਕਰ ਹੈ ਉਹਦਾ। ਆਖੋ ਸਤਨਾਮ। ਹੁਣ ਉਹ ਗੁਰਸਿੱਖ ਦੀ ਕੀ ਅਵਸਥਾ ਸੀ ਕਿ ਮਨ ਪਕੜ ਤੋਂ ਬਾਹਰ ਸੀ। ਹੁਣ ਨੋਟ ਕਰਿਓ ਇਸ ਅਵਸਥਾ 'ਚ ਕੀ ਹੈ, ਕੋਈ ਨੁਕਸਾਨ ਹੋ ਜੇ ਸਰੀਰ ਕਰਕੇ ਯਤਨ ਕਰੋ, ਇਸ ਬੰਦੇ ਨੂੰ ਮਿਲਣਾ, ਇਸ ਬੰਦੇ ਨਾਲ ਸੰਪਰਕ ਕਰਨਾ, ਪਰ ਮਨ ਨੂੰ ਕਲਪਨਾ ਤੋਂ ਬਾਹਰ ਕਰ ਲਓ। ਆਖੋ ਸਤਨਾਮ। ਆਮ ਦੁਨੀਆ ਮਰੀ ਪਈ ਏ,
ਉਹ ਮਨ ਨੂੰ ਕਲਪਨਾ 'ਚ ਪਾ ਲੈਂਦੀ ਹੈ। ਬਾਬੇ ਆਨੰਦ ਸਿੰਘ ਦੇ ਬਚਨ ਨੇ ਕਿ ਬਾਬਾ ਜੀ ਬਚਨ ਕਰਦੇ ਸੀ ਕਿ ਕਿਸੇ ਨੇ ਪਲੇਟਫਾਰਮ ਤੇ ਖਲੋ ਕੇ ਤੇ ਪੁੱਛਿਆ ਇਨਕੁਆਰੀ ਦਫ਼ਤਰ ਵਾਲੇ ਨੂੰ, ਜਿਹੜੀ ਗੱਡੀ ਜਲੰਧਰ ਦੇ ਪਲੇਟਫਾਰਮ ਤੇ ਖੜਾ ਤੇ ਕਹਿੰਦਾ ਅੰਮ੍ਰਿਤਸਰੋਂ ਜਿਹੜੀ ਗੱਡੀ ਬੰਬਈ ਜਾਣੀ ਉਹ ਕਿੰਨੇ ਵਜੇ ਆਉਣੀ ਹੈ? ਤੇ ਉਹ ਦੱਸਣ ਵਾਲਾ ਕਹਿੰਦਾ 7:15 ਤੇ। ਅੱਛਾ, ਜਿਹੜੀ ਅੰਮ੍ਰਿਤਸਰੋਂ ਹਜ਼ੂਰ ਸਾਹਿਬ ਗੱਡੀ ਜਾਣੀ ਹੈ ਉਹ ਕਿੰਨੇ ਵਜੇ ਆਣੀ ਹੈ? ਭਾਈ ਉਹ 7:45 ਵਜੇ। ਅੱਛਾ, ਜਿਹੜੀ ਅੰਮ੍ਰਿਤਸਰੋਂ ਗੱਡੀ ਹਰਿਦੁਆਰ ਜਾਣੀ ਉਹ ਕਿੰਨੇ ਵਜੇ ਆਣੀ ਹੈ? ਭਾਈ ਉਹ 8:30 ਵਜੇ। ਅੱਛਾ, ਜਿਹੜੀ ਅੰਮ੍ਰਿਤਸਰੋਂ ਦਿੱਲੀ ਗੱਡੀ ਆਣੀ ਉਹ ਕਿੰਨੇ ਵਜੇ ਜਾਣੀ ਹੈ? ਭਾਈ 8:20 ਤੇ। ਜਦੋਂ ਪੁੱਛੀ ਗਿਆ ਤੇ ਦੱਸਣ ਵਾਲਾ ਕਹਿੰਦਾ ਭਾਈ ਸਾਹਿਬ ਜੀ ਤੁਸੀਂ ਕਿਹੜੀ ਗੱਡੀ ਤੇ ਜਾਣਾ? ਆਖੋ ਸਤਨਾਮ। ਤੁਸੀਂ ਇੰਨੀਆਂ ਗੱਡੀਆਂ ਪੁੱਛੀ ਜਾਂਦੇ ਹੋ, ਤੁਸੀਂ ਕਿਹੜੀ ਗੱਡੀ ਤੇ ਜਾਣਾ? ਉਹ ਕੀ ਕਹਿੰਦਾ ਪੁੱਛਣ ਵਾਲਾ? ਕਹਿੰਦਾ ਨਹੀਂ, ਮੈਂ ਕਿਸੇ ਗੱਡੀ ਤੇ ਜਾਣਾ ਨਹੀਂ, ਮੈਂ ਕੇਵਲ ਪਲੇਟਫਾਰਮ ਬਦਲਾਉਣਾ ਹੈ। ਆਖੋ ਸਤਨਾਮ। ਮੈਂ ਪਲੇਟਫਾਰਮ ਬਦਲਾਉਣਾ ਤੇ ਤਾਂ ਸਾਰੇ ਟਾਈਮ ਪੁੱਛ ਰਿਹਾ। ਇਹ ਮਹਾਂਪੁਰਸ਼ ਦ੍ਰਿਸ਼ਟਾਂਤ ਦੇ ਕੇ ਕੀ ਕਹਿੰਦੇ ਸਨ? ਕੇਵਲ ਅਸੀਂ ਵੀ ਪਲੇਟਫਾਰਮ ਹੀ ਬਦਲਾਉਣਾ ਹੈ। ਗੱਜ ਕੇ ਆਖੋ ਸਤਨਾਮ। ਮਨੁੱਖ ਦਾ ਜਾਮਾ ਜਨਮ ਲਿਆ ਤੇ ਇਸ ਕਿਨਾਰੇ ਆ ਤੇ ਕੇਵਲ ਦੂਜੇ ਕਿਨਾਰੇ ਜਾਣਾ ਹੈ। ਜਿਵੇਂ ਕਹਿੰਦੇ ਨਾ, ਇਸ ਬੇੜੇ ਕੋ ਪਾਰ ਲੰਘਾਵੇ, ਜਾਣਾ ਦੂਜੇ ਕਿਨਾਰੇ ਹੈ। ਤੇ ਇੰਨੀਆਂ ਪੰਡਾਂ ਚੁੱਕ ਲਈਆਂ, ਇੰਨੀਆਂ ਪੰਡਾਂ ਚੁੱਕ ਲਈਆਂ ਜਿਨ੍ਹਾਂ ਦੇ ਚੁੱਕਣ ਦੀ ਲੋੜ ਹੀ ਨਹੀਂ। ਜਾਣਾ ਤੇ ਕੇਵਲ ਦੂਜੇ ਕਿਨਾਰੇ ਸੀ, ਪਹੁੰਚਣਾ ਤੇ ਕੇਵਲ ਦੂਜੇ ਕਿਨਾਰੇ ਸੀ ਮਨੁੱਖ ਦਾ ਜਨਮ ਪਾ ਕੇ। ਲੇਕਿਨ ਇੰਨੀਆਂ ਪੰਡਾਂ ਚੁੱਕ ਲਈਆਂ, ਫਲਾਣਾ ਮਾੜਾ, ਫਲਾਣਾ ਭੈੜਾ, ਉਹਨੇ ਐ ਕਿਉਂ ਕੀਤਾ, ਉਹਨੇ ਉਹ ਕਿਉਂ ਕੀਤਾ, ਇੱਥੇ ਇਹ ਕਿਉਂ ਹੋ ਗਿਆ, ਉੱਥੇ ਉਹ ਕਿਉਂ ਹੋ ਗਿਆ। ਇੰਨੀਆਂ ਪੰਡਾਂ ਚੁੱਕ ਲਈਆਂ ਕਿ ਦੂਜੇ ਕਿਨਾਰੇ ਪਹੁੰਚਣ ਦੀ ਸਾਡੀ ਸਮਰੱਥਾ ਨਹੀਂ ਰਹੀ। ਗੱਜ ਕੇ ਆਖੋ ਸਤਨਾਮ। ਇਹਨਾਂ ਸਾਰੀਆਂ ਪੰਡਾਂ ਤੋਂ ਮਨ ਦੀ ਪਕੜ ਨੂੰ ਰਹਿਤ ਕਰਨਾ ਹੈ। ਜਦੋਂ ਮਨ ਦੀ ਪਕੜ ਨਿਕਲ ਗਈ, ਜੇ ਸਿੰਘਾਸਨ ਹੈ ਤੇ ਬਹੁਤੀ ਖੁਸ਼ੀ ਨਹੀਂ, ਜੇ ਮਾਛੀਵਾੜੇ ਦਾ ਜੰਗਲ ਹੈ ਤੇ ਕੋਈ ਗਮ ਨਹੀਂ। ਆਖੋ ਸਤਨਾਮ। ਕਿਉਂ? ਮਨ ਪਕੜ ਤੋਂ ਬਾਹਰ ਹੈ। ਕ੍ਰਿਸ਼ਨ ਜੀ ਨੂੰ ਪੂਰਨਮਾਸ਼ੀ ਦਾ ਦਿਨ ਸੀ ਤੇ ਲੇਟ ਆਏ ਘੰਟਾ। ਸੰਗਤ ਕਹਿੰਦੀ ਅੱਜ ਲੇਟ ਕਿਉਂ ਆਇਓ ਕ੍ਰਿਸ਼ਨ ਜੀ? ਕ੍ਰਿਸ਼ਨ ਜੀ ਕਹਿੰਦੇ ਅੱਜ ਪੂਰਨਮਾ ਸੀ ਤੇ ਮੈਂ ਸੋਚਿਆ ਮੈਂ ਵੀ ਆਪਣੇ ਗੁਰੂ ਦੇ ਦਰਸ਼ਨ ਕਰ ਆਵਾਂ। ਉਹ ਸਾਰੀ ਸੰਗਤ ਕਹਿੰਦੀ ਕ੍ਰਿਸ਼ਨ ਜੀ ਤੁਹਾਡੇ ਗੁਰੂ ਕਿਹੜੇ ਆ? ਕ੍ਰਿਸ਼ਨ ਜੀ ਕਹਿੰਦੇ ਮੇਰੇ ਗੁਰੂ ਦੁਰਭਾਸ਼ਾ ਰਿਖੀ ਨੇ, ਜਮਨਾ ਪਾਰ ਰਹਿੰਦੇ ਨੇ। ਉਹ ਵਿੱਚੋਂ 15-20 ਸਰੀਰ ਕਾਲੇ ਪੈ ਗਏ। ਕਹਿੰਦੇ ਜੀ ਸਾਨੂੰ ਵੀ ਦਰਸ਼ਨ ਕਰਾਓ ਗੁਰੂ ਦੇ, ਅਸੀਂ ਵੀ ਦਰਸ਼ਨ ਕਰਨੇ ਨੇ। ਕ੍ਰਿਸ਼ਨ ਜੀ ਕਹਿੰਦੇ ਘਰ ਆਓ ਜਮਨਾ ਪਾਰ। ਜੀ ਰਾਜ ਜਮਨਾ ਪੈਂਦੀ, ਟੱਪਾਂਗੇ ਕਿਵੇਂ? ਕ੍ਰਿਸ਼ਨ ਜੀ ਕਹਿੰਦੇ ਤੁਸੀਂ ਜਮਨਾ ਦੇ ਕਿਨਾਰੇ ਖਲੋ ਕੇ ਕਹਿ ਦੇਣਾ ਕਿ ਜੇ ਕ੍ਰਿਸ਼ਨ ਜੀ ਨੇ ਅੱਜ ਤੱਕ ਕਿਸੇ ਨੂੰ ਕੁਝ ਨਹੀਂ ਕਿਹਾ ਤੇ ਜਮਨਾ ਰਸਤਾ ਦੇ ਦੇ। ਉਹਨਾਂ ਨੇ ਜਮਨਾ ਦੇ ਕਿਨਾਰੇ ਖਲੋ ਕੇ ਕਿਹਾ ਕਿ ਜਮਨਾ ਜੇ ਕ੍ਰਿਸ਼ਨ ਜੀ ਨੇ ਕਿਸੇ ਨੂੰ ਕੁਝ ਨਹੀਂ ਕਿਹਾ ਤੇ ਰਸਤਾ ਦੇ ਦੇ। ਜਮਨਾ ਨੀਵੀਂ ਹੋ ਗਈ, ਟੱਪ ਗਏ। ਦੁਰਭਾਸ਼ਾ ਰਿਖੀ ਦੇ ਦਰਸ਼ਨ ਕੀਤੇ, ਮਠਿਆਈਆਂ ਦੇ ਥਾਲ ਨਾਲ ਲੈ ਕੇ ਗਏ ਸੀ। ਛਕੋ ਰਿਖੀ ਜੀ, ਦੁਰਭਾਸ਼ਾ ਰਿਖੀ ਜੀ ਮਠਿਆਈਆਂ ਖਾਈ ਗਏ, ਥਾਲ ਸਾਰੇ ਵਿਹਲੇ ਕਰਤੇ ਤੇ ਉਹ ਸੰਗਤ ਆਗਿਆ ਮੰਗੀ। ਦੁਰਭਾਸ਼ਾ ਰਿਖੀ ਜੀ ਆਗਿਆ ਦਿਓ। ਕਹਿਣ ਲੱਗੇ ਆ ਗਿਆ। ਸੰਗਤ ਕਹਿੰਦੀ ਜੀ ਰਾਜ ਜਮਨਾ ਪੈਣੀ ਹੈ, ਫੇਰ ਉਹ ਕਿਵੇਂ ਟੱਪਾਂਗੇ? ਦੁਰਭਾਸ਼ਾ ਰਿਖੀ ਕਹਿੰਦੇ ਜਮਨਾ ਦੇ ਕਿਨਾਰੇ ਖਲੋ ਕੇ ਕਹਿ ਦੇਣਾ ਜੇ ਦੁਰਭਾਸ਼ਾ ਰਿਖੀ ਨੇ ਕੁਝ ਨਹੀਂ ਖਾਦਾ ਤੇ ਰਾਹ ਦੇ ਦੇ। ਆਖੋ ਸਤਨਾਮ। ਨੋਟ ਕਰਿਓ ਜਿਹੜੀ ਗੱਲ ਦਾਸ ਕਹਿਣੀ ਚਾਹੁੰਦਾ। ਜਦੋਂ ਕਹਿੰਦੇ ਜਮਨਾ ਕਿਨਾਰੇ ਖਲੋ ਕੇ ਕਿਹਾ ਵੀ ਦੁਰਭਾਸ਼ਾ ਰਿਖੀ ਨੇ ਜੇ ਕੁਝ ਨਹੀਂ ਖਾਦਾ ਤੇ ਜਮਨਾ ਰਸਤਾ ਦੇ ਦੇ, ਜਮਨਾ ਨੀਵੀਂ ਹੋ ਗਈ। ਕਹਿੰਦੇ ਜਦੋਂ ਅੱਧ 'ਚ ਪਹੁੰਚੇ 15 ਸਰੀਰ ਸੰਗਤ ਦਰਸ਼ਨ ਕਰਨ ਵਾਲੇ ਤੇ ਕੀ ਕਹਿੰਦੇ? ਕਹਿੰਦੇ ਕਮਾਲ ਏ ਜਮਨਾ। ਕ੍ਰਿਸ਼ਨ ਜੀ ਕਦੀ ਘੜੇ ਭੰਨਣ ਤੇ ਕਦੀ ਘੜਿਆਂ 'ਚ ਤੀਰ ਮਾਰਨ ਤੇ ਕਦੀ ਮੱਖਣ ਚੋਰੀ ਕਰਨ ਤੇ ਕਦੀ ਸਾਨੂੰ ਕਈ ਤਰ੍ਹਾਂ ਦੇ ਗੋਪੀਆਂ ਨੂੰ ਕਈ ਕੁਝ ਚੋਜ ਕਰਨ ਤੇ ਕਦੀ ਕੁਝ ਨਹੀਂ ਕੀਤਾ ਤੇ ਤੂੰ ਰਸਤਾ ਦੇ ਦਿੱਤਾ। ਸਾਡੇ ਸਾਹਮਣੇ ਦੁਰਭਾਸ਼ਾ ਰਿਖੀ ਨੇ ਮਠਿਆਈਆਂ ਖਾਧੀਆਂ
ਤੇ ਜੇ ਉਹਨਾਂ ਨੇ ਕੁਝ ਨਹੀਂ ਖਾਦਾ ਤੇ ਤੂੰ ਰਸਤਾ ਦੇ ਤਾਂ ਉਹ ਵੀ ਗਪੋੜੂ ਤੇ ਉਹ ਵੀ ਗਪੋੜੂ ਤੇ ਤੂੰ ਵੀ ਦੋਵਾਂ 'ਚ ਫਸੀ ਪਈ ਏ। ਆਖੋ ਸਤਨਾਮ। ਕਹਿੰਦੇ ਨਾਲ ਹੀ ਜਮਨਾ ਦਾ ਪਾਣੀ ਉੱਤੇ ਹੋ ਗਿਆ ਤੇ ਸਾਰੇ ਲੱਗੇ ਡੁੱਬਣ। ਬੜੀਆਂ ਬੇਨਤੀਆਂ ਕੀਤੀਆਂ ਤੇ ਕਿਨਾਰੇ ਲੱਗੇ। ਜਦੋਂ ਜਾ ਕੇ ਕ੍ਰਿਸ਼ਨ ਜੀ ਨੂੰ ਹਕੀਕਤ ਦੱਸੀ ਕਿ ਸਾਨੂੰ ਇਹ ਨਹੀਂ ਸਮਝ ਲੱਗੀ ਕਿ ਤੁਸੀਂ ਇੰਨੀਆਂ ਚੋਜ ਕਰੋ, ਇੰਨੇ ਘੜੇ ਭੰਨੋ, ਇੰਨਾ ਕੁਝ ਕਰੋ ਤੇ ਕਦੀ ਕੁਝ ਨਹੀਂ ਕੀਤਾ। ਉਹ ਸਾਡੇ ਸਾਹਮਣੇ ਮਠਿਆਈਆਂ ਖਾ ਗਏ ਤੇ ਕਦੀ ਉਹਨਾਂ ਕੁਝ ਖਾਦਾ ਹੀ ਨਹੀਂ। ਤੇ ਜਮਨਾ ਵੀ ਰਸਤਾ ਦੇ ਦਿੱਤਾ। ਕ੍ਰਿਸ਼ਨ ਜੀ ਕਹਿਣ ਲੱਗੇ, ਪਿਆਰਿਓ ਇਹ ਜੋ ਕੁਝ ਘੜੇ ਭੰਨਣੇ ਜਾਂ ਮੈਂ ਜੋ ਕੁਝ ਚੋਜ ਕਰਨਿਆ ਇਹ ਮਨ ਕਰਕੇ ਨਹੀਂ, ਮੇਰਾ ਮਨ ਪਕੜ ਤੋਂ ਬਾਹਰ ਹੈ। ਦੁਰਵਾਸ਼ਾ ਰਿਖੀ ਜੀ ਨੇ ਮਠਿਆਈਆਂ ਖਾਧੀਆਂ ਪਰ ਜੇ ਕਦੀ ਨਹੀਂ ਮਿਲੀਆਂ ਤੇ ਇਹ ਨਹੀਂ ਕਿ ਕਿਉਂ ਨਹੀਂ ਮਿਲੀਆਂ, ਮਨ ਪਕੜ ਤੋਂ ਬਾਹਰ ਹੈ। ਗੱਜ ਕੇ ਆਖੋ ਸਤਨਾਮ। ਇਸ ਲਈ ਸਤਿਗੁਰਾਂ ਦੇ ਕਿਸੇ ਚੋਜ ਤੋਂ ਇਹ ਗਿਆਨ ਲੈਣਾ ਹੈ। ਉਹ ਕਲਗੀਧਰ ਪਾਤਸ਼ਾਹ ਜੇ ਮਾਛੀਵਾੜੇ ਦੇ ਜੰਗਲਾਂ 'ਚ ਨੇ ਤੇ ਤਾਂ ਵੀ ਖੇੜੇ 'ਚ ਨੇ, ਜੇ ਸਾਧ ਸੰਗਤ ਸਿੰਘਾਸਨਾਂ ਤੇ ਬੈਠੇ ਤੇ ਤਾਂ ਵੀ ਖੇੜੇ 'ਚ ਨੇ। ਮਨ ਪਕੜ ਤੋਂ ਬਾਹਰ ਹੈ। ਉਸ ਮੇਰੇ ਪਰਮ ਪਿਤਾ ਦੇ ਆਓ ਗੁਣ ਗਾਓ ਸਾਰੇ ਤੇ ਉਹਨਾਂ ਦੇ ਕੌਤਕਾਂ ਤੋਂ ਗਿਆਨ ਲੈਣਾ ਭਾਈ। ਜੋ ਜੀ ਮੇਰੇ ਗੋਵਿੰਦਾ, ਜੋ ਜੀ ਮੇਰੇ ਪਿਆਰਿਆ, ਜੋ ਜੀ ਮੇਰੇ ਗੋਵਿੰਦਾ, ਜੋ ਜੀ ਮੇਰੇ ਪਿਆਰਿਆ, ਵਾਹ। ਜੋ ਜੀ ਮੇਰੇ ਗੋਵਿੰਦਾ, ਜੋ ਜੀ ਮੇਰੇ ਪਿਆਰਿਆ, ਜੋ ਜੀ ਮੇਰੇ ਗੋਵਿੰਦਾ, ਬਲਿਹਾਰੇ। ਜੋ ਜੀ ਮੇਰੇ ਪਿਆਰਿਆ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ੍ਰੀ